सगल गुणा के दाते स्वामी, बिनो सुनो एक दीना। देहो दर्श नानक बलिहारी, जियड़ा पल पल कीना। तो सुल्तान कहाँ हो मियाँ, तेरी कवन वडाई। जो तू दिही सो कहाँ सुअमी, मैं मूर्ख कहन ना जाई। जो तू दिही सो कहाँ सुअमी, मैं मूर्ख कहन ना जाई। धन गुरु ग्रंथ साहिब सच्चे पातशाह जी के मुबारक चरणों में छुड़ मिल बैठ आत्मक आनंद मान रहे सत्संगी प्यारियों, गुरमुख प्यारे भाई गुरप्रीत सिंह जी बलड़वाल उन्होंने जत्थे ने अमृतमई बाणी का कीर्तन करके साड़ी प्यासी रूह की प्यास बुझाई है। सब दाता मेहर करे, होर कीर्तन की दात बख्शे, असीं सुने हुए वचन जीवन में धारण कर सकीए। विचार की आरंभता तो पहला गुरु फतेह जी सांझ पानी चाहना है। प्यार नाल आखो जी, वाहिगुरू जी का खालसा, वाहिगुरू जी की फतेह। इस विच कोई दो रामा नहीं। हर रोज़ प्रमुख गुरु अस्थानां ते रोज़ कथा विचार होंदी है, पर हजे भी प्यो दादे के खजाने विचों बहुत कुछ ऐसा पिया है जिहड़ा हजे संगतां नाल सांझ करन लई उड़ीक करदा है। ਉਹਦੇ ਵਿੱਚੋਂ ਅੱਜ ਆਪਾਂ ਇੱਕ ਵਿਚਾਰ ਦੀ ਸਾਂਝ ਪਾਉਣ ਲੱਗੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ 22 ਵਾਰਾਂ ਨੇ। 3 ਵਾਰਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਨੇ ਤੇ 4 ਵਾਰਾਂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀਆਂ ਨੇ। 7 ਹੋ ਗਈਆਂ ਤੇ 8 ਵਾਰਾਂ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀਆਂ ਨੇ। 7 ਤੇ 8 15। 6 ਵਾਰਾਂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਦੀਆਂ ਨੇ। 15 ਤੇ 6 21। ਇੱਕ ਵਾਰ ਰਾਮਕਲੀ ਰਾਗ ਵਿੱਚ ਬਾਬਾ ਸੱਤਾ ਜੀ ਤੇ ਬਲਵੰਡ ਜੀ ਦੀ ਹੈ। 22 ਵਾਰਾਂ ਨੇ। ਪਰ ਇਹਨਾਂ 22 ਵਾਰਾਂ ਦੇ ਵਿੱਚੋਂ 9 ਵਾਰਾਂ ऐसियां ने जिन्हां दे गाउण लई सतगुर जी ने एक धुनी निश्चित की है भी इहनूं इस धुनी ते गाउणा है, इस ट्यून ते इस तर्ज ते गाउणा है। ये सतगुर जी वालों मिली हुई हदायत है। बहुत बारी ये विचार बनती रही शायद ये 12 ਦੀਆਂ ਧੁਨੀਆਂ गुरु हरगोबिंद साहब जी ने चढ़ाइया ने, हरगोबिंद साहब जी ने चढ़ाइया ने। पर जो इतिहास की खोज हुण बौद्धिक विकास होया है, ਉਹਦੇ ਵਿੱਚ ਇਹ ਗੱਲਾਂ प्रगट हो गई ने। भाई जोत सिंह जी, प्रिंसीपल तेजा सिंह जी, प्रोफैसर साहब सिंह जी, डॉक्टर ज्ञानी हरबंस सिंह जी, इतिहासक इन्हां विद्वानां ने बड़ी खोज करके गल्लां दसियां ने भई ये धुनियां गुरु अर्जन पातशाह जी महाराज ने ही चढ़ाइयां सन। ये उन्होंने संपादन करनी। ये जिहड़े असल विच उस वेले जिवें गुरबिलास पातशाही 6वीं है, गुरबिलास पातशाही 10वीं है, सूरज प्रकाश है, इतिहासक यही ही ग्रंथ
ਸਰੋਤ ਸਨ, ਵਸੀਲੇ ਸਨ, ਤੇ ਇਹਨਾਂ ਗ੍ਰੰਥਾਂ ਦੀ ਕਥਾ ਬਹੁਤ ਜ਼ਿਆਦਾ ਹੋ ਗਈ। ਤਾਂ ਕਰਕੇ ਉਹਨਾਂ ਦੀ ਜਿਹੜੀਆਂ ਗੱਲਾਂ ਨੇ ਉਹ ਸਾਡੇ ਦਿਮਾਗ 'ਚ ਪ੍ਰਪੱਕ ਕਰ ਗਈਆਂ। ਪਰ ਅੱਜ ਜਿਹੜਾ ਬੌਧਿਕ ਵਿਕਾਸ ਹੈ ਉਹ ਦੁਬਾਰੇ ਮੰਗ ਕਰਦਾ ਹੈ ਭਈ ਉਹਨਾਂ ਗ੍ਰੰਥਾਂ ਦਾ ਗੰਭੀਰਤਾ ਨਾਲ ਚਿੰਤਨ ਕਰਨਾ ਚਾਹੀਦਾ ਹੈ। ਇੱਕ ਵੱਖਰਾ ਪੱਖ ਹੈ, ਮੈਂ ਆਪਣੀ ਗੱਲ ਵਧਾਵਾਂ। ਇਹ 9 ਵਾਰਾਂ ਵਿੱਚੋਂ ਜਿਹੜੀ ਧੁਨੀ ਵਾਲੀ ਵਾਰ ਹੈ ਉਹ ਪਹਿਲੀ ਵਾਰ ਜਿਹੜੀ ਹੈ ਉਹ ਮਾਝ ਰਾਗ ਵਿੱਚ ਹੈ। ਵੈਸੇ ਵਾਰ ਰਾਗ ਸ਼੍ਰੀ ਰਾਗ ਤੋਂ ਸ਼ੁਰੂ ਹੋ ਜਾਂਦੀ ਹੈ, ਪਰ ਆਪਾਂ 22 ਵਿੱਚੋਂ ਸਿਰਫ ਉਹਨਾਂ 9 ਵਾਰਾਂ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਦੇ ਉੱਤੇ ਧੁਨੀਆਂ ਲਿਖੀਆਂ ਹੋਈਆਂ ਨੇ। ਜਿਵੇਂ ਆਸਾ ਕੀ ਵਾਰ ਹੈ ਉਹ ਆਸਾ ਰਾਗ ਵਿੱਚ ਆਏਗੀ ਤੇ ਉਦੋਂ ਗੱਲ ਕਰਾਂਗੇ। ਇਹ ਗੁਰਬਾਣੀ ਵਿੱਚ ਕਾਵਿ ਸ਼ੈਲੀਆਂ ਨੂੰ ਬੜਾ ਵਧੀਆ ਢੰਗ ਨਾਲ ਬਿਆਨ ਕੀਤਾ ਹੋਇਆ ਹੈ। ਜਿਹੜੀਆਂ ਗੱਲਾਂ ਲੋਕ ਸਮਝ ਸਕਦੇ ਸਨ, ਸਤਿਗੁਰੂ ਜੀ ਨੇ ਉਸੇ ਤਰ੍ਹਾਂ ਸਮਝਾਈਆਂ ਨੇ। ਜਿਵੇਂ ਸ਼ੰਤ ਹੈ, ਸ਼ੰਤ ਵਿਆਹ ਸ਼ਾਦੀ ਦੇ ਵੇਲੇ ਇੱਕ ਦੂਜੇ ਦੀ ਦਿਮਾਗੀ ਤਾਕਤ ਨੂੰ ਪਰਖਣ ਵਾਸਤੇ ਸ਼ੰਤ ਗਾਏ ਜਾਂਦੇ ਸਨ। ਸ਼ੰਤ ਵਿੱਚ ਕੁਝ ਸਵਾਲ ਹੁੰਦੇ ਸਨ, ਕੁਝ ਘੁੰਡੀਆਂ ਹੁੰਦੀਆਂ ਸਨ। ਦੂਜਾ ਸ਼ੰਤ ਰਾਹੀਂ ਹੀ ਉਹਦਾ ਜਵਾਬ ਦਿੰਦਾ ਸੀ। ਉਹਦਾ ਦਿਮਾਗੀ ਪੱਧਰ ਗਿਣਿਆ ਜਾਂਦਾ ਸੀ ਵੀ ਕਿਸ ਗੱਲ ਦਾ ਹੈ, ਇਹ ਕਿੰਨੀ ਕੁ ਸਿਆਣਪ ਵਾਲਾ ਲੜਕਾ ਹੈ ਜਾਂ ਇੰਨੀ ਕੁ ਸਿਆਣਪ ਵਾਲੇ ਇਹਦੇ ਨਾਲ ਦੇ ਆਏ ਸੱਜਣ ਨੇ, ਉਹਦੇ ਤੋਂ ਪੱਧਰ ਗਿਣਿਆ ਜਾਂਦਾ ਸੀ। ਇਸੇ ਤਰ੍ਹਾਂ ਸਾਡੇ ਸਮਾਜ ਵਿੱਚ ਪ੍ਰਚਲਿਤ ਸਨ ਘੋੜੀਆਂ, ਸਾਡੇ ਸਮਾਜ ਦਾ ਅੰਗ ਨੇ ਅਲਾਹਣੀਆਂ। ਉਹਨਾਂ ਸਾਰੀਆਂ ਰਾਹੀਂ ਗੁਰੂ ਜੀ ਨੇ ਬਾਣੀ ਗਾਉਣ ਦੇ ਤਾਕੀਦ ਕੀਤੀ ਹੋਈ ਹੈ, ਘਰਾਂ ਦੀ ਤਾਕੀਦ ਕੀਤੀ ਹੋਈ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ 31 ਰਾਗ ਨੇ, ਉਹਨਾਂ ਰਾਗਾਂ ਦੇ ਨਾਲ ਇਹ ਧੁਨੀਆਂ ਵੀ ਗਾਉਣ ਦਾ ਹੁਕਮ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੋਇਆ। ਉਸ ਵੇਲੇ ਦੇ ਪ੍ਰਸਿੱਧ, ਕਈ ਵਾਰੀ ਮੈਂ ਇਹ ਵੀ ਸੋਚਦਾ ਹੁੰਦਾ, ਸਾਨੂੰ ਉਹ ਲੱਗਦਾ ਵੀ ਜਿਵੇਂ ਗੁਰੂ ਘਰ ਵਿੱਚ ਜਿਹੜੀ ਆਗਿਆ ਉਹ ਢਾਡੀਆਂ ਨੂੰ 6ਵੇਂ ਪਾਤਸ਼ਾਹ ਨੇ ਦਿੱਤੀ, ਮੈਨੂੰ ਲੱਗਦਾ ਢਾਡੀਆਂ ਨੂੰ ਜੀ ਆਇਆਂ ਗੁਰੂ ਅਰਜਨ ਪਾਤਸ਼ਾਹ ਨੇ ਕਹਿ ਦਿੱਤਾ ਸੀ ਜਦੋਂ ਉਹ ਧੁਨੀਆਂ ਲਿਖ ਦਿੱਤੀਆਂ ਗਈਆਂ ਸੀ। ਇੱਥੋਂ ਤੱਕ ਜਿਹੜੀ ਵਾਰ ਅੱਜ ਆਪਾਂ ਜ਼ਿਕਰ ਕਰਨ ਲੱਗੇ ਹਾਂ, ਇਹ ਮਾਝ ਰਾਗ ਦੀ ਵਾਰ ਹੈ। ਇਹਦੀ ਆਖਰੀ ਪੌੜੀ ਵੀ ਇਸੇ ਤਰ੍ਹਾਂ ਦੀ ਹੈ। ਜਿਉਂ ਗੱਲ ਚੱਲੇਗੀ ਮੈਂ ਤਿਉਂ ਤੁਹਾਡੇ ਨਾਲ ਗੱਲ ਕਰਾਂਗਾ। ਹੁਣ ਢਾਡੀ ਬੇਕਾਰ ਕਾਰੇ ਲਾਇਆ, ਰਾਤ ਦੇਹ ਕੇ ਵਾਰ ਤੋਂ ਰੋ ਫਰਮਾਇਆ। ਮੈਨੂੰ ਤਾਂ ਰੱਬ ਨੇ ਢਾਡੀ ਬਣਾ ਕੇ ਭੇਜਿਆ, ਗੁਰੂ ਨਾਨਕ ਸਾਹਿਬ ਨੇ ਪ੍ਰਵਾਨ ਕਰ ਲਿਆ, ਇਹ ਕਬੂਲ ਕੀਤਾ ਹੋਇਆ ਵੀ ਮੈਂ ਵੀ ਰੱਬ ਦਾ ਢਾਡੀ ਹਾਂ। ਬਹੁਤ ਲੰਮੇਰੇ ਸਮੇਂ ਤੋਂ ਢਾਡੀ ਜਿਹੜੇ ਸੀ ਉਹ ਦੁਨੀਆ ਵਿੱਚ ਜਸ ਗਾਉਂਦੇ ਸਨ। ਇਹ ਢਾਡੀਆਂ ਨੂੰ ਵੀ ਇੱਕ ਸੁਨੇਹਾ ਹੈ ਵੀ ਤੁਹਾਨੂੰ ਕਿਹੜੇ ਰੱਬ ਦੇ ਗੁਣ ਗਾਉਣੇ ਚਾਹੀਦੇ ਨੇ, ਕਿਹੜੇ ਰਾਜੇ ਦੇ ਗੁਣ ਗਾਉਣੇ ਚਾਹੀਦੇ ਨੇ, ਕਿਹੜੇ ਸ਼ਹਿਨਸ਼ਾਹ ਦੇ ਗੁਣ ਗਾਉਣੇ ਚਾਹੀਦੇ ਨੇ। ਉਹਨਾਂ ਲਈ ਵੀ ਇੱਕ ਬਹੁਤ ਵਧੀਆ ਪੱਧਰੀ ਸੇਧ ਹੈ। ਤੇ ਉਸ ਵੇਲੇ ਦੇ ਲੋਕਾਂ ਨੇ ਜਿਹੜੀਆਂ 9 ਵਾਰਾਂ ਨੇ, ਉਹਦੇ ਵਿੱਚੋਂ 4 ਵਾਰਾਂ ਉਹ ਨੇ ਜਿਹੜੀਆਂ ਕਈ ਵਿਦਵਾਨਾਂ 5 ਲਿਖੀਆਂ ਨੇ, ਜਿਹੜੀਆਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਪਾਤਸ਼ਾਹ ਦੇ ਵੇਲੇ ਢਾਡੀਆਂ ਦੀਆਂ ਗਾਈਆਂ ਗਈਆਂ ਨੇ। 4 ਵਾਰਾਂ ਉਹ ਨੇ ਜਿਹੜੀਆਂ ਉਹਨਾਂ ਤੋਂ ਬਹੁਤ ਸਮਾਂ ਪਹਿਲਾਂ ਗਾਈਆਂ ਗਈਆਂ ਨੇ। ਤੋ ਇਹ ਸਮਝਣ ਵਾਲੀਆਂ ਬਾਤਾਂ ਨੇ ਸਾਡੇ ਜੀਵਨ ਵਿੱਚ। ਅਸੀਂ ਅੱਜ ਦੀ ਜਿਹੜੀ ਵਾਰ ਹੈ ਉਹਦਾ ਪਹਿਲਾਂ ਮੈਂ ਹੈਡਿੰਗ ਪੜ੍ਹਦਾ, ਫਿਰ ਮੈਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗਾ ਤਾਂ ਕਿ ਆਪਾਂ ਨੂੰ ਚੰਗੀ ਤਰ੍ਹਾਂ ਸਾਰੀ ਗੱਲ ਪਤਾ ਲੱਗ ਜਾਏ। ਇਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ 137 ਅੰਕ ਦੇ ਉੱਤੇ ਹੈ। ਇਹ ਮਾਝ ਦੀ ਵਾਰ ਦੇ ਵਿੱਚ ਹੈ, ਜਿਹਦੇ ਵਿੱਚ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੋਇਆ। ਮੈਂ ਹੈਡਿੰਗ ਦੀ ਉਹ ਸਾਂਝ ਪਾਵਾਂਗਾ, ਵਾਰ ਮਾਝ ਕੀ ਤਥਾ ਸ਼ਲੋਕ ਮਹੱਲਾ ਪਹਿਲਾ। ਇਹ ਹੈਡਿੰਗ ਹੈ। ਵਾਜ ਮਾਰ ਕੀ ਮਾਝ ਕੀ, ਮਾਝ ਰਾਗ ਦੀ ਇਹ ਵਾਰ ਹੈ। ਮਾਝ ਰਾਗ ਵਿੱਚ ਇਹ ਵਾਰ ਹੈ। ਮਾਝ ਰਾਗ ਦਾ ਨਾਮ ਹੈ, ਇਹ ਮਾਝੇ ਦਾ ਰਾਗ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਬੜੀ ਵੱਡੀ ਦੇਣ ਹੈ। ਇਹ ਭਗਤੀ ਸੰਗੀਤ, ਇਹ ਸ਼ਾਸਤਰੀ ਸੰਗੀਤ ਵਿੱਚ ਇਹ ਰਾਗ ਨਹੀਂ ਹੈ। ਇਹ ਵੀ ਕਰਨਾ ਮਾਝ ਰਾਗ ਦੇ ਵਿੱਚ ਯਾਦ ਰੱਖੋ ਜੇ, ਕਿਸੇ ਭਗਤ ਦੀ ਬਾਣੀ ਨਹੀਂ ਹੈ। ਇਹ ਸਿਰਫ ਮਾਝੇ ਦੇ ਇਲਾਕੇ 'ਚ ਗਾਇਆ ਜਾਣ ਵਾਲਾ ਰਾਗ ਸੀ। ਇੱਕ ਵੱਖਰਾ ਪੱਖ ਹੈ, ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਵਾਰ ਮਾਝ ਕੀ ਤਥਾ ਅਤੇ ਸ਼ਲੋਕ ਮਹੱਲਾ ਪਹਿਲਾ। ਮੈਂ ਥੋੜਾ ਜਿਹਾ ਰੁਕਣਾ ਚਾਹੁੰਦਾ। ਵਾਰ ਹੁੰਦਾ ਸੀ, ਵਾਰ ਸ਼ਬਦ ਬਣਿਆ ਹੈ ਜਦੋਂ 2 ਯੋਧੇ 2 ਪਾਸਿਆਂ ਤੋਂ ਜੰਗ ਦੇ ਮੈਦਾਨ ਵਿੱਚ ਜੂਝ ਰਹੀਆਂ ਫੌਜਾਂ, ਉਹ ਜਦੋਂ ਜੰਗ ਪੂਰੇ ਜੋਬਨ ਤੇ ਹੁੰਦਾ, ਕਟਾਵੱਡੀ ਤੇ ਪੂਰੇ ਜੋਬਨ ਤੇ ਹੁੰਦਾ ਜੰਗ, ਇੱਕ ਦੂਜੇ ਤੇ ਵਾਰ ਹੋ ਰਹੇ ਨੇ, ਬਹੁਤ ਤਿੱਖੇ ਵਾਰ ਹੋ ਰਹੇ ਨੇ। ਉਸ ਵੇਲੇ ਦੇ ਦ੍ਰਿਸ਼ ਨੂੰ
ਕਾਵ ਰੂਪ ਵਿੱਚ ਬਿਆਨ ਕਰਨਾ ਵਾਰ ਕਹਾਉਂਦਾ ਹੈ। ਇੱਕ ਪਾਸੇ ਉਹਨਾਂ ਦੇ ਸੂਰਮਿਆਂ ਦੇ ਵਾਰ ਹੋ ਰਹੇ ਨੇ, ਉਹਨਾਂ ਵਾਰਾਂ ਨੂੰ ਕਾਵ ਰੂਪ ਵਿੱਚ ਬਿਆਨ ਕਰਨਾ ਉਹ ਵੀ ਵਾਰ ਹੀ ਕਹਾਉਂਦਾ ਹੈ, ਉਹਨੂੰ ਵੀ ਵਾਰ ਹੀ ਕਹਿੰਦੇ ਨੇ। ਇਹ ਢਾਡੀ ਗਾਇਆ ਕਰਦੇ ਸਨ, ਇਹ ਯੋਧਿਆਂ ਦੀਆਂ ਵਾਰਾਂ ਹੁੰਦੀਆਂ ਸਨ, ਸੂਰਬੀਰਾਂ ਦੀਆਂ ਵਾਰਾਂ ਹੁੰਦੀਆਂ ਸਨ ਵੀ ਕਿਵੇਂ ਇੱਕ ਦੂਜੇ ਨਾਲ ਜੂਝਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਵਾਰਾਂ ਦਾ ਜ਼ਿਕਰ ਹੈ। ਹੁਣ ਇੱਕ ਪਾਸੇ ਮਾਇਆ ਹੈ, ਇੱਕ ਪਾਸੇ ਵਿਕਾਰ ਹੈ, ਮੋਕਮ ਫੌਜ ਹਠੱਲੀ ਹੈ, ਇਹਨਾਂ ਦੀ ਬਹੁਤ ਵੱਡੀ ਫੌਜ ਹੈ, ਤੇ ਦੂਜੇ ਪਾਸੇ ਜੀਵ ਹੈ, ਇਹਨੇ ਲੜਨਾ ਹੈ। ਇਹਨੇ ਗੁਰੂ ਕੋਲੋਂ ਸਿੱਖਿਆ ਲੈ ਕੇ, ਗੁਰੂ ਕੋਲੋਂ ਸਤ ਸੰਤੋਖ ਦੀ ਫੌਜ ਲੈ ਕੇ, ਗੁਰੂ ਕੋਲੋਂ ਸ਼ੁਭ ਗੁਣਾਂ ਦੀ ਫੌਜ ਲੈ ਕੇ ਇਹਨੇ ਲੜਨਾ ਹੈ। ਜਿਹੜੇ ਇੱਥੇ ਇਸ ਦੁਨੀਆ ਦੇ ਜੰਗ ਵਿੱਚ ਯੋਧੇ ਲੜ ਕੇ ਜਿੱਤ ਹਾਸਲ ਕਰ ਲੈਂਦੇ ਨੇ ਉਹ ਪ੍ਰਵਾਨ ਹੋ ਜਾਂਦੇ ਨੇ, ਜਿਹੜੇ ਵਿਕਾਰਾਂ ਦੇ ਪੱਖੋਂ ਹਾਰ ਜਾਂਦੇ ਨੇ ਤੇ ਤੁਸੀਂ ਸਮਝਦੇ ਹੋ ਵੀ ਹਾਰੇ ਹੋਏ ਮਨੁੱਖ ਦੀ ਕੀ ਹਾਲਾਤ ਹੁੰਦੇ ਨੇ, ਕੀ ਹਾਲਤ ਹੁੰਦੀ ਹੈ। ਉਵੇਂ ਬਹੁਤਾਤ ਲੋਕ ਨਿੱਤ ਦੇ ਸਾਡੇ ਜੰਗ ਹੋ ਰਿਹਾ, ਕਦੇ ਕਾਮ ਵਾਰ ਕਰਦਾ, ਕਦੇ ਕ੍ਰੋਧ ਵਾਰ ਕਰਦਾ, ਕਦੇ ਲੋਭ ਵਾਰ ਕਰਦਾ, ਕਦੇ ਮੋਹ ਵਾਰ ਕਰਦਾ, ਕਦੇ ਹੰਕਾਰ ਵਾਰ ਕਰਦਾ। ਪਰ ਅਸੀਂ ਗੁਰੂ ਦੇ ਦਿੱਤੇ ਹੋਏ ਗੁਣਾਂ ਦੇ ਹਥਿਆਰਾਂ ਨਾਲ ਉਹਨਾਂ ਦਾ ਮੂੰਹ ਮੋੜਨਾ ਹੈ। ਕਾਮ ਦਾ ਮੂੰਹ ਮੋੜਨਾ ਹੈ ਨਾਮ ਦੇ ਨਾਲ, ਕ੍ਰੋਧ ਦਾ ਮੂੰਹ ਮੋੜਨਾ ਹੈ ਵੀਰ ਰਸ ਦੇ ਨਾਲ, ਲੋਭ ਦਾ ਮੂੰਹ ਮੋੜਨਾ ਹੈ ਸੰਤੋਖ ਦੇ ਨਾਲ, ਮੋਹ ਦਾ ਮੂੰਹ ਮੋੜਨਾ ਹੈ ਅਸੀਂ ਪ੍ਰੇਮ ਦੇ ਨਾਲ, ਹੰਕਾਰ ਦਾ ਮੂੰਹ ਮੋੜਨਾ ਹੈ ਅਸੀਂ ਸਵੈਮਾਨ ਦੇ ਨਾਲ, ਆਪਣੇ ਆਪ ਤੇ ਭਰੋਸਾ ਤੇ ਗੁਰੂ ਤੇ ਭਰੋਸਾ। ਇਹਨਾਂ ਗੁਣਾਂ ਨੂੰ ਲੈ ਕੇ ਅਸੀਂ ਇਹ ਜ਼ਿੰਦਗੀ ਦੀ ਲੜਾਈ ਵਿੱਚ ਸ਼ਾਮਲ ਹੋਣਾ ਹੈ ਤੇ ਉਹਦੇ ਵਿੱਚੋਂ ਜਿੱਤਣਾ। ਮੈਂ ਆਪਣੀ ਗੱਲ ਵੱਲ ਵਾਪਸ ਆਵਾਂ। ਸਤਿਗੁਰੂ ਜੀ ਨੇ ਉਸ ਵੇਲੇ ਦੇ ਯੋਧਿਆਂ ਦੇ ਜਿਹੜੀਆਂ ਵਾਰਾਂ ਲੋਕਾਂ ਵਿੱਚ ਬੜੀਆਂ ਪ੍ਰਸਿੱਧ ਸੀ, ਉਹਨਾਂ ਦੀ ਟਿਊਨ ਤੇ ਗਾਉਣ ਦਾ ਹੁਕਮ ਕੀਤਾ ਹੋਇਆ। ਇਹ ਜਿਹੜੀ ਵਾਰ ਹੈ, ਇਹਦਾ ਅਗਲਾ ਹੈਡਿੰਗ ਹੈ ਮਲਕ ਮੁਰੀਦ ਤਥਾ ਚੰਦਰਹੜਾ ਸੋਈਆਂ ਕੀ ਧੁਨੀ ਗਾ ਬਣੀ। ਇਹ ਉਸ ਧੁਨੀ ਤੇ ਗਾਉਣ ਦਾ ਹੁਕਮ ਹੈ। ਕਿਹੜੀ ਵਾਰ ਦਾ? ਜਿਹੜੀ ਇੱਕ ਮਲਕ ਮੁਰੀਦ, ਅਸਲ ਵਿੱਚ ਉਹਦਾ ਨਾਮ ਮੁਰੀਦ ਹੈ, ਅਸਲ ਵਿੱਚ ਉਹਦਾ ਨਾਮ ਮੁਰੀਦ ਹੈ। ਇਹ ਦੋਵੇਂ ਯੋਧੇ ਮਲਕ ਮੁਰੀਦ ਇੱਕੋ ਹੀ ਨਾਂ ਹੈ। ਦੂਜਾ ਚੰਦਰਹੜਾ ਸੋਈਆਂ ਇਹ ਦੂਜਾ ਨਾਂ ਹੈ। ਮੈਂ ਇੱਕੋ ਇੱਕ ਨਾਂ ਕਰਦੀ ਹਾਂ। ਪਹਿਲਾਂ ਮਲਕ ਇਹਨੂੰ ਮਿਲਿਆ ਹੋਇਆ ਖਿਤਾਬ ਹੈ, ਮਲਕ ਇਹਨੂੰ ਮਿਲਿਆ ਹੋਇਆ ਅਵਾਰਡ ਹੈ, ਮਲਕ ਇਹਨੂੰ ਮਿਲਿਆ ਹੋਇਆ ਸ਼ਬਦ ਹੈ। ਅਸਲ ਵਿੱਚ ਇਹਦਾ ਨਾਂ ਜਿਹੜਾ ਹੈ ਉਹ ਅਸਲ ਵਿੱਚ ਮੁਰੀਦ ਖਾਂ ਹੈ। ਮੈਂ ਹੁਣ ਤੋਂ ਬਾਅਦ ਮੁਰੀਦ ਲੈ ਕੇ ਚੱਲਾਂਗਾ ਤਾਂ ਕਿ ਆਪਾਂ ਨੂੰ ਸਮਝਣਾ ਸੌਖਾ ਹੋ ਜਾਏ। ਚੰਦਰਹੜਾ ਸੋਈਆਂ, ਸੋਈਆਂ ਉਹਦੀ ਇੱਕ ਜਦ ਹੈ, ਉਹਦੀ ਇੱਕ ਨਾਂ ਜੁੜਿਆ ਹੋਇਆ। ਚੰਦਰਹੜਾ ਅਸਲ ਵਿੱਚ ਉਹਦਾ ਨਾਂ ਹੈ। ਹੁਣ ਆਪਾਂ ਦੋ ਨਾਂ ਲੈ ਕੇ ਚੱਲਾਂਗੇ, ਇੱਕ ਮੁਰੀਦ ਖਾਂ, ਇੱਕ ਚੰਦਰਹੜਾ। ਇਹ ਦੋਵੇਂ ਅਕਬਰ ਬਾਦਸ਼ਾਹ ਦੇ ਵੇਲੇ, ਮੇਰਾ ਖਿਆਲ ਹੈ ਤਾਂ ਤੁਹਾਨੂੰ ਯਾਦ ਹੀ ਹੋਵੇਗਾ, ਅਕਬਰ ਬਾਦਸ਼ਾਹ ਕਿਹੜੇ ਗੁਰੂ ਦੇ ਵੇਲੇ ਹੋਇਆ? ਧੰਨ ਗੁਰੂ ਅਮਰਦਾਸ ਜੀ ਦੇ ਵੇਲੇ। ਇਹ ਚੇਤੇ ਰੱਖਣ ਵਾਲੀ ਬਾਤ ਹੈ। ਸਾਨੂੰ ਇਹ ਤਾਂ ਦਿਮਾਗ 'ਚ ਆਈ ਜਾਏਗਾ ਨਾ ਵੀ ਉਸ ਕਾਲ ਦੀ, ਉਸ ਸਮੇਂ ਦੀ ਗੱਲ ਚੱਲ ਰਹੀ ਹੈ। ਅਕਬਰ ਬਾਦਸ਼ਾਹ ਦੇ ਵੇਲੇ ਅਕਬਰ ਦੇ ਦਰਬਾਰ ਤੇ ਤੋਂ ਰਾਜਪੂਤ ਇਹ ਬਹੁਤ ਵੱਡੇ ਯੋਧੇ ਸਨ, ਬੜੇ ਸੂਰਬੀਰ ਸਨ ਇਹ ਦੋਵੇਂ। ਕੌਣ ਕੌਣ? ਇੱਕ ਮੁਰੀਦ ਖਾਂ, ਇੱਕ ਚੰਦਰਹੜਾ। ਹੁਣ ਇੱਥੇ ਕੁਦਰਤੀ ਗੱਲ ਹੈ ਵੀ ਜਿਹੜੇ ਇੱਕੋ ਜਿਹੇ ਕਿੱਤੇ ਵਾਲੇ ਹੋਣ ਉਹਨਾਂ ਦੇ ਵਿੱਚ ਆਪਸੀ ਈਰਖਾ ਪੈਦਾ ਹੋ ਜਾਇਆ ਕਰਦੀ ਹੈ। ਕੁਝ ਲੋਕਾਂ ਨੇ ਕਹਾਵਤਾਂ ਵੀ ਬਣਾ ਦਿੱਤੀਆਂ ਨੇ ਵੀ ਕੁੱਕਰ ਦਾ ਵੈਰੀ ਕੁੱਕਰ ਹੁੰਦਾ, ਕੁੱਤੇ ਦਾ ਵੈਰੀ ਕੁੱਤਾ ਹੁੰਦਾ। ਇਹੋ ਜਿਹੇ ਇੱਕੋ ਜਿਹੀਆਂ ਗੱਲਾਂ, ਇੱਕੋ ਜਿਹੇ ਪ੍ਰੋਫੈਸ਼ਨ ਵਿੱਚ, ਇੱਕੋ ਜਿਹੇ ਗੁਣਾਂ ਵਾਲੇ ਬੰਦਿਆਂ ਵਿੱਚ ਈਰਖਾ ਪੈਦਾ ਹੋ ਜਾਣੀ ਕੁਦਰਤੀ ਗੱਲ ਹੁੰਦੀ ਹੈ। ਇਹ ਕੁਦਰਤ ਦਾ ਵਰਤਾਰਾ ਹੈ। ਹੁਣ ਇਹ ਅਕਬਰ ਦੇ ਦਰਬਾਰ ਵਿੱਚ ਰਹਿੰਦੀਆਂ ਦੋਵੇਂ ਯੋਧੇ, ਦੋਵੇਂ ਸੂਰਬੀਰ, ਤੇ ਦੋਨਾਂ ਦੀ ਅੰਦਰੋਂ ਈਰਖਾ ਹੈ, ਮੁਰੀਦ ਖਾਂ ਦੀ ਵੀ ਤੇ ਚੰਦਰਹੜਾ ਦੀ ਵੀ। ਕਦੇ ਕਦਾਈ ਗੱਲ ਚੱਲ ਪੈਂਦੀ ਹੈ ਮੁਰੀਦ ਖਾਂ ਦੀ ਅਕਬਰ ਦੇ ਦਰਬਾਰ ਵਿੱਚ ਕਿ ਚੰਦਰਹੜਾ ਸੜ ਬਲਦਾ ਹੈ, ਤੇ ਕਦੇ ਕਦਾਈ ਚੰਦਰਹੜਾ ਦੀ ਸੂਰਬੀਰਤਾ ਦੀ ਗੱਲ ਚੱਲ ਪੈਂਦੀ ਹੈ, ਉਹ ਮੁਰੀਦ ਖਾਂ ਸੜ ਬਲਦਾ ਹੈ। ਦੋਨਾਂ ਦੀ ਅੰਦਰੋਂ ਈਰਖਾ ਹੈ। ਬਾਹਰੀ ਤੌਰ ਤੇ ਇੱਕੋ ਰਾਜੇ ਕੋਲ ਕੰਮ ਕਰਦੇ ਨੇ, ਇਕੱਠੇ ਰਹਿਣਾ ਪੈਣਾ, ਹੋਰ ਕੋਈ ਸਾਧਨ ਨਹੀਂ। ਇੱਕ ਵਾਰੀ ਕੀ ਹੋਇਆ, ਅਚਾਨਕ ਇਹੋ ਜਿਹਾ ਕਾਰਨ ਬਣਿਆ ਭਈ ਕਾਬਲ ਦੇ ਵਿੱਚ ਜਾਂ ਇੱਕ ਸਰਹੱਦ ਦਾ ਜ਼ਿਕਰ ਵੀ ਕੀਤਾ ਹੈ, ਉਸ ਪਾਸੇ ਦੇ ਲੋਕ ਕੁਝ ਅਕਬਰ ਦੇ ਦਰਬਾਰ ਵਿੱਚੋਂ ਬਾਗੀ ਹੋ ਗਏ।
ना उन्हें टैक्स भेजिया ते कुछ हल्ला गुल्ला किया, उहदे राज के नियमां नूं मनण तो इनकारी हो गए। अकबर ने भरे दरबार विच उदों ये ऐलान होया करता सी, हथियार रख के, जिवें तलवार रख देनी है, तलवार रख के नाल बीड़ा रख देना है पान दा। पान जिहड़े लोग खांदे ने वो पान दा बीड़ा रख देना है भी जिहड़ा भी सूरमा तुहाडे विचों है वो उठे, उस सरहद ते होई होई बगावत नूं कोई दबा के आवे। तो जदों ये ऐलान किया उदों मुरीद खां छाल मार के उठिया, अकबर के भरे दरबार विचों छाल मार के उठ के ते उहने तलवार चुकी ते बीड़ा मुख पा के प्रण किया भी उस जगह की बगावत नूं मैं दबा के आवांगा। ना दबा सकिया तो जंग के मैदान विच अपना आपा खत्म कर दियांगा, मैं नमोशी लैके घर वापस नहीं परतांगा। ये गुरु ग्रंथ साहिब की पावन बाणी विच पंक्ति है, मैं बेनती करा। हालांकि इस वार का गुरु ग्रंथ साहिब की बाणी नाल इस वार नाल कोई संबंध नहीं है। जी राजियां की गल मैं कर लगा, इन्हां राजियां का संबंध कोई नहीं। मैं एक पल तुहाडे नाल होर सांझी गल करना, फिर इत्थे गल आपां शुरू कर दें। गुरु ग्रंथ साहिब विच कुछ ऐसे हवाले ने जिन्हां की बाणी दर्ज नहीं है, जिवें प्रहलाद है, प्रहलाद की बाणी दर्ज नहीं है पर उसके हवाले बड़े ने। मेरा ख्याल एक का हवाला तुसीं रोज़ ही पढ़ते होवोगे, गुरु रामदास साहब सच्चे पातशाह का छंद, हर जुग जुग भगतों पाया पैज रखता है राम राजे, हरनाक्ष दुष्ट हर मारिया प्रहलाद तराया। हुण प्रहलाद का असल में उसकी बाणी कोई नहीं है दर्ज, एक भी शब्द उसका दर्ज नहीं, बहुत समय पहले हो चुका होया, पर उसके बारे में बहुत दर्ज है, ध्रुव के बारे में बहुत कुछ दर्ज है। इस तरह इन्हां राजियां का कोई वचन गुरु ग्रंथ साहिब दर्ज नहीं है, पर राजिया ने उस वेले जिहड़ी ढाडियां ने बाहर गाई, उसकी ट्यून बहुत चंगी सी, उसकी तर्ज बहुत चंगी सी, लोगों के मनां ते असर करती सी। सतगुरु जी ने यह वार उस तर्ज ते गाउण दा हुक्म कर दिता ताकि लोगों के दिलों में गुरबाणी की छाप लग जाए, उन गुरबाणी की समझ आ जाए। मैं फिर अपनी गल वल जाना चाहुंदा। हुण जदों मुरीद खां ने अकबर के दरबार में प्रण किया भी उस बगावत नूं मैं दबा के आवांगा, उन्हें पान का बीड़ा खाधा ते तलवार चुकी, फौज लैके खजाने लैके चला गया, जाके सरहद ते उन्हें जित हासिल कर ली, उतों की बगावत नूं दबा दिता ते लोकां कोलों रहिंदा टैक्स भी वसूल लिया, सारी तैयारी कर ली। पर इस काम चों काफ़ी वक्त लग गया, वो वापस अकबर कोल कोई सुनेहा ना भेज सकिया, जंग मैदान के जूझदा होया वापस कोई सुनेहा ना भेज सकिया। इधर चंद्रहड़ा ने रोज़ दिहाड़े चुगली लाई जानी भी देखो मुरीद खां तो बागी हो गया, मुरीद खां तो कोई सुनेहा ही नहीं भेज दिया, मुरीद खां तो टैक्स लेके अपने को बैठा है, तेरे दरबार में अकबर बादशाह, तेरे दरबार में उन्होंने बगावत दबाउणी तो सौखी सी, मुरीद खां की बगावत दबाउणी औखी हो जानी, वो तो राजा बन के बैठ जाना। हुण नित दिहाड़े जिहड़ियां गल्लां कन्नां विच पैंदियां रहण, ईरखावादी लोकां दीयां कन्नां च पैंदियां रहण, आखिरकार बादशाह अकबर बादशाह इस गल ते मजबूर हो गया। उन्हें आख्या भी उन्होंने किवें पकड़ के लिया सकदा है। उस वेले चंद्रहड़ा उठिया, कहण लग्या तुसीं मैनूं आग्या करो, मैं मुरीद खां नूं पकड़ के बन के लिया के मुश्कां मार के तुहाडे दरबार में हाज़र करांगा। एक किड्डी वड्डी गल है, मैं भी चाहुंदा है। हुण उन्हें उस वेले अकबर बादशाह ने उन्होंने भी आग्या दी भी जिन्ना धन तेनों चाहिए, जिन्नियां फौजां तेनों चाहिए ने, तू सारा कुछ ले जाके ते उस मुरीद खां नूं पकड़ के, जिहदा मलक मुरीद ना है, मुरीद खां नूं पकड़ के मेरे दरबार में लैके आ, वो दोषी है। हालांकि मुरीद खां ने कोई भी एक गलत काम नहीं सी कीता। एक अखीर ते जाके मैं गल करांगा ईरखा बस होके की कर रहे हैं। हुण जदों इधरले पासे तो चंद्रहड़ा भी चलिया है फौज लैके, ते उधरों मलक नूं भी पता लग गया, मुरीद खां नूं भी पता लग गया, दोवें जंग के मैदान में आ गए। एक दूजे गहरा जंग होया, कटा वड्डी हुई, बहुत लोगों का नुकसान भी होया। आखिर मुरीद खां ने उस चंद्रहड़ा नूं एक चिट्ठी लिखी, कह लगे सजना ईरखा तो तेरी ते मेरी है ना,
दूजिया मावां दे पुत क्यों मरवाउण लग्या होया? जे तू एडी गल करनी है तो कितना चंगा होवे, गल ते अपनी है ना। तू आ मैदान विच, जंग दे मैदान विच आ ते मैं भी आउणा है, आपां दोवें जने दोए हत्थ करने हैं, जो फैसला होएगा वो जित जाएगा। बगाने पुत्तां दे नां ते होली ना खेड, तू अपने तौर ते आ। फिर उदों इधरले पासे तो मुरीद खां आ गया, इधरले पासे तो चंद्रहड़ा आ गया। फौजां नहीं, फौजां आसे पासे खलोतियां ने, देखदियां ने। दोने जोधे जंग के मैदान विच जूझे। हुण दोवें सूरवीर ने, दोवें शस्त्र विद्या तो जाणू ने चंगे, हर गल तो वाकफ ने चंगे। दोवें जोधे इन्ने गह गच जंग होया, उहदे भी बहुत जख्म होए, मुरीद दे भी बहुत जख्म हो गए, तो दूजे पासे चंद्रहड़ा भी बहुत बड़ा जख्मी हो गया। लड़दियां लड़दियां दोवें डिग पे, ते आखिरकार जख्मां की ताबना सहारते हुए दोवें चढ़ाई कर गए। शाम तक दोनों की कहानी खत्म हो गई। उस वेले दे ढाडियां ने इस जंग का बिरतांत लिख के वो गाया। साडी कौम के विद्वानां ने बड़ी मेहनत करके वो जिहड़ी वार उस वेले ढाडियां ने गाई, उहदे कुछ नमूने भी ने, कुछ वारां दे नमूने मिलते हैं, जिहड़ियां दे मिलते हैं मैं तुहाडे नाल साझे करांगा। वार दे विच कल्ली पौड़ी हुंदी है। आ हुण कल्ली पौड़ी है जिहड़ी उस वेले दे ढाडियां ने गाई सी। उस वेले दे ढाडियां ने ये गाई सी। उन्होंने गाई सी काबल विच, काबल विच मुरीद खां चढ़िया बड़ जोर। काबल दे विच मुरीद खां जिहड़ा अकबर बादशाह दा फौजदार है, वो अपने वालों फौज लेके गया भी मैं उत्थों की बगावत दबा देंगा। पर जदों कोई सुनेहा ना भेजिया, चंद्रहड़ा दियां नित दियां चुगलियां ने, उन्हें चंद्रहड़ा नूं भी फौज लेके भेजिया भी तू भी जा चंद्रहाल फौज लै। चढ़िया बड़ जोर कहते वो भी अपने वालों बहुत सारी फौज लेके वो मलक नाल जंग लड़न वास्ते चला गया। दोहां कंधारा मूँह जुड़े दमामे दौर, दोनों के मूँह जुड़ के भाव दोनों का आपस में ही टाकरा हो गया। दमामा हुंदा है जिहड़ा वो जंग के मैदान में नगारा बजाया जाता है, दोनों पासियों तो नगारे बजते हैं, दोनों सूरे जूझते हैं। उन्होंने छात्र पुजते सूरियां सिर लथे दौर, कहते इहो जी कह कच लड़ाई हुई, सिर वट वट के एक दूजे के सुट दिते उन्होंने फौजियों के, उन्होंने लोगों के। तो आपस में ही फैसला होया भी बगाने पुत मरवाउण की बजाय आप आपस में ही रलीए, आपस में ही जंग लड़ीए। वो होली खेले चंद्रहा रंग लगे शोर, कहते उदों ये मान लो भी होली खेडी है चंद्रहड़ा ने जाके इतनी गंभीरता नाल जंग लड़िया। इउं लगदा है जिवें होली खेड रहे होण, जदों शस्त्र बजदा है उदों उहदे विचों लहू दीयां फुआरां इवें डिगदियां ने ते कपड़े भिजदे ने, जिवें होली दे विच एक दूजे नूं रंग नाल रंगिया जांदा है ते वो भिओ दित्ता जांदा है उन्हां रंगां दे नाल। इवें इउं लगदा है जिवें उन्हां ने लहू दे रंग नाल होली खेडी ते एक दूजे नूं भिओ के रख दित्ता। दोवें तरफां जुटी मर वगन तोर, कहते दोनों पासियां तो मरण मराउण वालियां गल्लां होईयां होईयां ने, एक दूजे के उत्ते जान मारन तो भी पिछे नहीं हटदे। ते कहते मैं भी राय सदाए सां। हुण चंद्रहड़ा कहता मैं कोई घट नहीं है, बड़िया लाहौर कहते मैं कोई घट नहीं, मैं भी राय सदाउना अपने आप नूं, मेरा भी नां है ते मैं भी लाहौर दे विच आके बढ़िया ते तैनूं पकड़ के लेके जाना है मेरा फर्ज बनता है। दोवें सूरे सामने जूझे उस ठौर, कहते दोवें सूर में एक दूजे के सामने उस ठौर का मतलब उस थां दे उत्ते एक दूजे के नाल लड़े। इस तरह उन्होंने जीवन का अंत हो गया। ये उस वेले की ढाडियां की गाई हुई वार, इहदियां 8-8 लाइनां ने उस वार की पौड़ी दियां, ते तुसीं हैरान होवोगे गुरु नानक साहब जी की इस वार दियां भी 8-8 ही पौड़ियां ने।
ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਵਾਰ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਹੁਕਮ ਕੀਤਾ ਸੀ ਵੀ ਇਹਨੂੰ ਇਸ ਢੰਗ ਨਾਲ ਗਾਉਣਾ ਹੈ। ਤੇ ਉਸ ਵੇਲੇ ਇਸ ਵਾਰ ਦਾ ਜ਼ਿਕਰ ਜਿਹੜਾ ਹੈ ਉਹ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਚੜਾਇਆ ਸੀ। ਮੈਂ ਇੱਕ ਵਾਰ ਫਿਰ ਤੁਹਾਡੇ ਖਿਆਲ ਵਿੱਚ ਰੱਖਦੇ ਹਾਂ। ਮਲਕ ਮੁਰੀਦ ਤਥਾ ਚੰਦਰਹਾੜਾ, ਇਹ ਦੋਨਾਂ ਦੇ ਨਾਂ ਨੇ ਯੋਧਿਆਂ ਦੇ। ਈਰਖਾ ਨੇ, ਇਹ ਤੋਂ ਸਿੱਖਿਆ ਕੀ ਮਿਲਦੀ ਹੈ? ਈਰਖਾ ਨੇ ਦੋਨੇ ਸੂਰਬੀਰਾਂ ਦੀ ਜ਼ਿੰਦਗੀ ਦਾ ਅੰਤ ਕਰ ਦਿੱਤਾ। ਕਿੰਨਾ ਚੰਗਾ ਹੁੰਦਾ ਜੇ ਕਿਤੇ ਦੋਵੇਂ ਸੂਰਬੀਰ ਆਪਣੀ ਸੂਰਬੀਰਤਾ ਨੂੰ ਕਿਸੇ ਚੰਗੇ ਪਾਸੇ ਲਾਉਂਦੇ, ਸੰਸਾਰ ਨੂੰ ਉਹ ਬੜਾ ਵਧੀਆ ਇੱਕ ਸਬਕ ਦੇ ਸਕਦੇ ਸੀ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਇਸ ਧੁਨੀ ਦੇ ਉੱਤੇ, ਇਸ ਮਾਝ ਦੀ ਵਾਰ ਨੂੰ ਵਾਰ ਮਾਝ ਕੀ ਤਥਾ ਸ਼ਲੋਕ ਮਹਿਲਾ ਪਹਿਲਾ, ਮਲਕ ਮੁਰੀਦ ਤਥਾ ਚੰਦਰਹੜਾ ਸੋਈਆਂ ਕੀ ਧੁਨੀ ਗਾ ਬਣੀ। ਉਸ ਧੁਨੀ ਉੱਤੇ ਗਾਉਣ ਦਾ ਇਹ ਹੁਕਮ ਹੈ ਜਿਹੜੀ ਵਾਰ ਦੇ ਨਾਲ ਸ਼ਲੋਕ ਨੇ, ਸ਼ਲੋਕ ਮਹਿਲਾ ਪਹਿਲਾ, ਭਾਵ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਵਾਰ ਹੈ। ਇਹਦੇ ਵਿੱਚੋਂ ਕੁਝ ਸ਼ਲੋਕ ਗੁਰੂ ਅੰਗਦ ਸਾਹਿਬ ਜੀ ਦੇ ਨੇ ਤੇ ਕੁਝ ਸ਼ਲੋਕ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨੇ, ਬਹੁਤੇ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨੇ। ਇਸ ਵਾਰ ਦੀਆਂ 27 ਪੌੜੀਆਂ ਨੇ, ਜਿਹਦੇ ਵਿੱਚੋਂ ਆਖਰੀ ਪੌੜੀ ਦਾ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਹੁਣੇ। ਉਸ ਵਾਰ ਦੇ ਉਸ ਪੌੜੀ ਦੇ ਵਿੱਚੋਂ ਸਤਿਗੁਰੂ ਜੀ ਕਿਰਪਾ ਕਰਦੇ ਨੇ, ਹਉ ਢਾਡੀ ਬੇਕਾਰ ਕਾਰੇ ਲਾਇਆ, ਮੈਂ ਵੀ ਉਸ ਮਾਲਕ ਦੇ ਘਰ ਦਾ ਇੱਕ ਢਾਡੀ ਹੈ ਤੇ ਮੈਨੂੰ ਮੇਰੇ ਮਾਲਕ ਨੇ ਕਿਰਪਾ ਕਰਕੇ ਇਸ ਆਰੇ ਵਿੱਚ ਲਾਇਆ ਹੋਇਆ ਤੇ ਮੈਂ ਮਾਲਕ ਦੇ ਘਰ ਦੇ ਗੁਣ ਗਾਉਂਦਾ। ਰਾਤ ਦੇਹ ਕੇ ਵਾਰ ਧੁਰ ਫਰਮਾਇਆ, ਮੈਨੂੰ ਇੱਕੋ ਹੀ ਗੱਲ ਰੱਬ ਨੇ ਬਚਨ ਆਖਿਆ, ਧੁਰ ਦਰਗਾਹ ਤੋਂ ਇੱਕ ਬਚਨ ਆਖਿਆ, ਨਿਰੰਕਾਰ ਨੇ ਇੱਕ ਬਚਨ ਆਖਿਆ ਵੀ ਦਿਨ ਅਤੇ ਰਾਤ ਉਸ ਸੱਚੇ ਦਾ ਜਸ ਗਾ। ਸਤਿਗੁਰੂ ਜੀ ਨੇ ਢਾਡੀਆਂ ਨੂੰ ਵੀ ਇੱਕ ਸੇਧ ਦਿੱਤੀ ਹੈ, ਬਖਸ਼ਿਸ਼ ਕੀਤੀ ਹੈ ਵੀ ਸਾਨੂੰ ਕਿਹਦਾ ਜਸ ਪਾਉਣਾ ਚਾਹੀਦਾ। ਉਸ ਵੇਲੇ ਲੋਕ ਰਾਜੇ ਮਹਾਰਾਜਿਆਂ ਦੇ ਜਸ ਗਾਇਆ ਕਰਦੇ ਸਨ। ਤਾਂ ਗੁਰਦੇਵ ਸੱਚੇ ਪਾਤਸ਼ਾਹ ਨੇ ਬੜੀ ਵੱਡੀ ਇੱਕ ਸਾਡੇ ਲਈ ਦਾਤ ਬਖਸ਼ਿਸ਼ ਕੀਤੀ ਹੈ। ਉਸ ਵਕਤ ਦੇ ਜਿਹੜੇ ਵੀ ਪ੍ਰਸਿੱਧ ਚੀਜ਼ਾਂ ਸਨ, ਜਿਹੜੀਆਂ ਵੀ ਚੰਗੀਆਂ ਚੀਜ਼ਾਂ ਸਨ, ਉਹਨਾਂ ਦੇ ਉੱਤੇ ਗੁਰਬਾਣੀ ਨੂੰ ਗਾ ਕੇ ਤੇ ਆਪਣੇ ਜੀਵਨ ਵਿੱਚ ਗੁਰਮਤਿ ਦਾ ਉਪਦੇਸ਼ ਧਾਰਨ ਕਰਨਾ। ਯਾਦ ਰੱਖਿਓ ਜੇ ਵਾਰ ਕੇਵਲ ਪੌੜੀਆਂ ਹੁੰਦੀਆਂ ਨੇ, ਇਹਦੇ ਨਾਲ ਸ਼ਲੋਕ ਗੁਰੂ ਅਰਜਨ ਪਾਤਸ਼ਾਹ ਨੇ ਦਰਜ ਕੀਤੇ ਨੇ। ਸ਼ਲੋਕ ਕਿਉਂ ਦਰਜ ਕੀਤੇ ਨੇ? ਕਿਉਂਕਿ ਵਾਰ ਦੀ ਪੌੜੀ ਹੁੰਦੀ ਹੈ ਇੱਕ, ਜਿਵੇਂ ਮੰਨ ਲਓ ਵੀ ਇੱਕ ਅਨੰਦਪੁਰ ਸਾਹਿਬ ਜੰਗ ਹੋਇਆ, ਉਸ ਵੇਲੇ ਦੀ ਝਾਕੀ ਆ ਗਈ। ਦੂਜੀ ਵਾਰੀ ਚਮਕੌਰ ਸਾਹਿਬ ਜੰਗ ਹੋਇਆ, ਉਸ ਵੇਲੇ ਦੀ ਝਾਕੀ ਆ ਗਈ। ਹੁਣ ਜਿਹੜਾ ਸਰੋਤਾ ਉਹਨੂੰ ਤੇ ਪਤਾ ਨਹੀਂ ਨਾ ਲੱਗ ਸਕਣਾ। ਢਾਡੀਆਂ ਨੇ ਵਾਰ ਗਾ ਦਿੱਤੀ ਅਨੰਦਪੁਰ ਸਾਹਿਬ ਦੀ ਤੇ ਢਾਡੀਆਂ ਨੇ ਵਾਰ ਗਾ ਦਿੱਤੀ ਚਮਕੌਰ ਸਾਹਿਬ ਦੀ, ਪਰ ਇਹ ਨਹੀਂ ਨਾ ਪਤਾ ਲੱਗਣਾ ਵੀ ਹੁਣੇ ਤਾਂ ਅਨੰਦਪੁਰ ਸਾਹਿਬ ਦਾ ਜ਼ਿਕਰ ਚੱਲ ਰਿਹਾ ਸੀ ਤੇ ਹੁਣੇ ਚਮਕੌਰ ਸਾਹਿਬ ਕਿਵੇਂ ਆ ਗਏ। ਫਿਰ ਜਿਹੜਾ ਵਿਚਲਾ ਗੈਪ ਹੈ ਉਹਨੂੰ ਪੂਰਾ ਕਰਨ ਵਾਸਤੇ ਢਾਡੀ ਜੱਥੇ ਵਿੱਚ ਇੱਕ ਹੈੱਡ ਹੁੰਦੇ ਨੇ, ਜਿਹੜੇ ਨਾਂ 'ਤੇ ਢਾਡੀ ਜੱਥਾ ਹੁੰਦਾ ਹੈ। ਫਿਰ ਉਹ ਲੈਕਚਰ ਦੇ ਕੇ, ਇਤਿਹਾਸਕ ਜਾਣਕਾਰੀ ਦੇ ਕੇ ਉਹ ਦੱਸਦੇ ਨੇ ਵੀ ਕਿਵੇਂ ਅਨੰਦਪੁਰ ਸਾਹਿਬ ਦਾ ਜੰਗ ਲੜ ਕੇ ਹੁਣ ਉੱਥੋਂ ਫੌਜਾਂ ਕੂਚ ਕੀਤੀਆਂ, ਰਸਤੇ ਵਿੱਚੋਂ ਕਿਵੇਂ ਮੁਸ਼ਕਲਾਂ ਝੱਲਦੀਆਂ ਚਮਕੌਰ ਸਾਹਿਬ ਪਹੁੰਚੀਆਂ। ਚਮਕੌਰ ਸਾਹਿਬ ਫਿਰ ਦੁਬਾਰੇ ਜੰਗ ਦੀ ਤਿਆਰੀ ਹੋ ਕੇ, ਕਿਹੜੀਆਂ ਉਦੋਂ ਦੋ ਧਿਰਾਂ ਨੇ ਜਿਨ੍ਹਾਂ ਵਿੱਚ ਫਿਰ ਦੁਬਾਰੇ ਜੰਗ ਹੋਣ ਲੱਗਿਆ। ਉਹ ਵਿਚਲੀ ਗੱਲ ਜਿਹੜੀ ਹੈ ਉਹ ਢਾਡੀ ਜਥੇਦਾਰ ਨੇ ਦੱਸਣੀ ਹੁੰਦੀ ਹੈ। ਇੱਥੇ ਵੀ ਪੌੜੀਆਂ ਸਨ ਤੇ ਪਤਾ ਨਹੀਂ ਸੀ ਲੱਗਦਾ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਜਿਹੜੇ ਸ਼ਲੋਕ ਨੇ ਯਾਦ ਰੱਖਿਓ ਜੋ ਢਾਡੀ ਜਥੇਦਾਰੀ ਦਾ ਕੰਮ ਕਰਦੇ ਨੇ, ਉਹ ਵਿਚਲੇ ਪਾੜੇ ਨੂੰ ਉਹ ਪੂਰਾ ਕਰਦੇ ਨੇ ਵੀ ਇਹ ਪੌੜੀ ਜਿਹੜੀ ਹੈ ਉਸ ਤੋਂ ਅਗਲੀ ਪੌੜੀ ਜਿਹੜੀ ਹੈ ਉਹਦੇ ਦਰਮਿਆਨ ਜਿਹੜਾ ਵਕਫਾ ਹੈ ਉਹ ਸ਼ਲੋਕ ਪੂਰਾ ਕਰਦੇ ਨੇ, ਸ਼ਲੋਕ ਉਹ ਵਿਆਖਿਆ ਦਿੰਦੇ ਨੇ। ਤਾਂ ਕਰਕੇ ਸਤਿਗੁਰੂ ਜੀ ਨੇ, ਗੁਰੂ ਅਰਜਨ ਪਾਤਸ਼ਾਹ ਜੀ ਨੇ ਉਹ ਸ਼ਲੋਕ ਦਰਜ ਕੀਤੇ ਸਨ। ਸਮੇਂ ਨੇ ਪੰਧ ਮੁਕਾ ਲਿਆ ਤੇ ਅਗਲੇ ਦੀ ਵਿਚਾਰ ਆਪਾਂ ਕੱਲ੍ਹ ਰੋਜ਼ ਅਗਲੀ ਧੁਨੀ ਦੀ ਗੱਲ ਕਰਾਂਗੇ। ਜਿਹੜੀਆਂ 9 ਧੁਨੀਆਂ ਨੇ ਉਹਨਾਂ ਸਾਰੀਆਂ ਦਾ ਆਪਾਂ ਜ਼ਿਕਰ ਕਰਾਂਗੇ ਜਿਵੇਂ ਜਿਵੇਂ ਦਾ ਵਕਤ ਬਣਦਾ ਗਿਆ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਅਦਬ ਸਤਿਕਾਰ ਨਾਲ ਅਗਲੇ ਦਾ ਪ੍ਰੋਗਰਾਮ ਬਹੁਤ ਸੁਹਾਵਣਾ ਸਰਵਣ ਕਰੋ ਜੀ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ ਸਨਮਾਨਯੋਗ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਬਹੁਤ ਸਿੱਧੇ ਢੰਗ ਨਾਲ